ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਦਾ ਪਾਂਡੇ ਘਰ। ਇਹ ਤਾਂ ਭਾਂਡੇ ਘਰ। ਸਵਾਲ ਇਹ ਹੈ ਵੀ ਧਰਮ ਜਿਹੜਾ ਹੈਗਾ ਉਹਦਾ ਸਰੀਰ ਨਾਲ ਨਹੀਂ ਸੰਬੰਧ, ਉਹਦਾ ਸੰਬੰਧ ਹੈ ਆਤਮਾ ਨਾਲ, ਜੀ ਨਾਲ। ਸੰਬੰਧ ਤਾਂ ਲੋਕ ਤਾਂ ਜੋੜੀ ਬੈਠੇ ਨੇ ਸਰੀਰ ਨਾਲ। ਸਰੀਰ ਤੋਂ ਪਛਾਣ ਹੈ ਵੀ ਇਹ ਪੰਡਤ ਹੈ, ਇਹ ਜੋਗੀ ਹੈ, ਇਹ ਸਿੱਖ ਹੈ, ਇਹ ਮੁਸਲਮਾਨ ਹੈ। ਸਰੀਰ ਤੋਂ ਪਛਾਣ ਹੈ। ਸਰੀਰ ਨੂੰ ਉਹਨਾਂ ਨੇ ਆਪਣਾ ਇੱਕ ਖਾਸ ਕਿਸਮ ਦੀ ਡਰੈਸ ਦੇ ਦਿੱਤੀ ਤਾਂ ਕਿ ਉਹ ਤੋਂ ਪਛਾਣ ਹੋਵੇ। ਚਲੋ ਇਹ ਕੋਈ ਹਰਜ ਦੀ ਗੱਲ ਨਹੀਂ ਹੈ, ਪਰ ਜਿਹੜੀ ਵਿੱਚ ਚੀਜ਼ ਪਾਉਣੀ ਹੈ ਉਹਦੇ ਸਰੀਰ ਦੇ, ਆਤਮਾ ਵਾਸਤੇ, ਜੋ ਵਿੱਚ ਕੁਝ ਵੀ ਨਹੀਂ ਪਾਉਂਦੇ ਫਿਰ ਬਾਹਰਲੇ ਸਰੀਰ ਦਾ ਮਤਲਬ ਕੀ ਰਹਿ ਗਿਆ? ਜੇ ਧਰਮ ਨਹੀਂ ਪਾਇਆ ਵਿੱਚ, ਧਰਮ ਵਾਲੀ ਉਹ ਵਸਤੂ ਨਹੀਂ ਪਾਈ ਜਿਹਦੇ ਵਾਸਤੇ ਬਾਣਾ ਬਣਾਇਆ ਹੈ, ਤਾਂ ਬਾਹਰਲੇ ਬਾਣੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਜਿਹੜੇ ਉਹ ਪਾਤਾ ਪੰਡਤ ਨੇ ਆਪਣੀ ਮੋਹਰ ਲਾਤੀ ਵੀ ਮੇਰਾ ਚੇਲਾ ਹੋ ਗਿਆ, ਤੇ ਪੰਡਤ ਦਾ ਚੇਲਾ ਹੋ ਗਿਆ, ਹੁਣ ਹਿੰਦੂ ਹੋ ਗਿਆ। ਜੇ ਤਾਂ ਸਿਰਫ ਇਹੀ ਮੋਹਰ ਲਾਈ ਆ ਹਿੰਦੂ ਹੋ ਗਿਆ, ਪਰ ਹਿੰਦੂ ਧਰਮ ਹੈ ਜਿਹੜਾ ਅਸਲ 'ਚ ਤਾਂ ਧਰਮ ਵੇਦ ਹੈ। ਧਰਮ ਹਿੰਦੂ ਮਤ ਦਾ ਜੇ ਕੋਈ ਧਰਮ ਹੈ ਤਾਂ ਉਹ ਵੇਦ ਹੈ ਧਰਮ। ਬਾਕੀ ਜਿਹੜੇ ਗ੍ਰੰਥ ਬਣੇ ਨੇ ਵੇਦ ਤੋਂ ਥੱਲੇ ਲਾਉਣ ਵਾਲੇ ਨੇ। ਇਵੇਂ ਸਿੱਖਾਂ ਦੇ ਗੁਰਬਾਣੀ ਤੋਂ ਸਿਵਾ ਜਿੰਨੇ ਵੀ ਗ੍ਰੰਥ ਨੇ ਸਭ ਰਾਹ ਤੋਂ ਪਥ ਭ੍ਰਸ਼ਟ ਕਰਨ ਵਾਲੇ ਨੇ, ਥੱਲੇ ਲਾਉਣ ਵਾਲੇ ਨੇ। ਚਾਹੇ ਉਹ ਇਤਿਹਾਸ ਹੈ, ਸਾਰਾ ਹੀ ਕੁਛ ਵੀ ਹੈ, ਚਾਹੇ ਸਾਰਾ ਥੱਲੇ ਲਾਉਣ ਵਾਲਾ ਹੀ ਹੈ। ਜਿਹੜੇ ਗ੍ਰੰਥ ਨੇ ਦਸਵੀਂ ਦੀ ਬਾਣੀ ਔਰ ਆਦਿ ਦੀ ਬਾਣੀ, ਜਿਹੜੀ ਇਹਦੇ ਨਾਲ ਜਿਹੜੀ ਆਤਮਾ ਦੀ ਖੁਰਾਕ ਹੈ ਜਿਹਦੇ ਵਿੱਚ, ਉਹ ਤਾਂ ਹੈਗੀ ਹੈ ਧਾਰਮਿਕ ਗੱਲ, ਜਿਹਦੇ ਵਿੱਚੋਂ ਆਤਮਾ ਨੂੰ ਕੁਛ ਨਹੀਂ ਮਿਲਦਾ, ਭਰਮ ਪੈਦਾ ਹੁੰਦਾ। ਉਹ ਨੁਕਸਾਨ ਕਰਨ ਵਾਲੀ ਚੀਜ਼ ਹੋ ਗਈ, ਧਰਮ ਦੇ ਵਿੱਚ ਫਾਇਦਾ ਕਰਨ ਵਾਲੀ ਚੀਜ਼ ਨਹੀਂ ਹੈ। ਜਨੇਊ ਕਹਿੰਦੇ ਨੇ ਨਾਨਕ ਨੇ ਪਾਇਆ ਨਹੀਂ, ਇਹ ਗੱਲ ਗਲਤ ਹੈ ਵੀ ਨਾਨਕ ਨੇ ਜਨੇਊ ਨਹੀਂ ਪਾਇਆ। ਕਾਫੀ ਉਮਰ ਦੇ ਵਿੱਚ ਇਹ ਗੱਲ ਹੋਈ ਹੈ, ਪਾਂਡੇ ਨਾਲ ਗੱਲ ਹੋਈ ਹੈ ਕਿਸੇ ਤੀਰਥ ਤੇ, ਬਚਪਨ ਦੀ ਗੱਲ ਨਹੀਂ ਹੈ ਇਹ। ਕਿਸੇ ਧਰਮ ਨੂੰ ਧਾਰਨ ਕਰੇ ਤੇ ਬਿਨਾਂ, ਜਿਹੜਾ ਇਹਨਾਂ ਦਾ ਸਹੁਰਾ ਮੂਲਚੰਦ ਚੋਣਾ ਕੱਟੜ ਹਿੰਦੂ ਹੈ, ਗੁਰੂ ਨਾਨਕ ਦਾ ਉਹਨੇ ਵਿਰੋਧ ਕੀਤਾ ਸਾਰੀ ਉਮਰ। ਜਦ ਇਹਨਾਂ ਨੇ ਕਰ ਲਿਆ ਨਾ, ਮੋਰਚਾ ਖੋਲ ਲਿਆ ਗੁਰਮਤਿ ਦਾ, ਪੰਡਤ ਦੇ ਖਿਲਾਫ, ਹਿੰਦੂ ਧਰਮ ਦੇ ਖਿਲਾਫ, ਉਹ ਜਦ ਹੀ ਖਿਲਾਫ ਹੋ ਗਿਆ। ਉਹਨੇ ਆਪਣੀ ਕੁੜੀ ਔਰ ਆਪਣੇ ਦੋਤੇ ਦੋਤੇ ਆਪਣੇ ਪਿੰਡ ਲੈ ਗਿਆ, ਇੱਥੇ ਛੱਡ ਕੇ ਨਹੀਂ ਗਿਆ ਕਿਉਂ ਵਿਰੋਧੀ ਸੀ। ਦੋਤੇ ਨੂੰ ਜਾ ਕੇ ਸਿੱਧਾਂ ਦਾ ਚੇਲਾ ਸਾਧਾਂ ਦਾ ਬਣਾ ਕੇ ਕੰਨ ਬਣਾ, ਇਹਦਾ ਮਤਲਬ ਵਿਰੋਧੀ ਹੈ, ਉਹ ਕੱਟੜ ਹਿੰਦੂ ਹੈ। ਹਿਸਟਰੀ ਨੂੰ ਐਂ ਪੜ੍ਹਨਾ ਸੀ, ਸੱਚ ਨੂੰ ਇੱਥੋਂ ਪਰਖਣਾ। ਜੇ ਨਾਨਕ ਕਦੇ ਜਨੇਊ ਨਾ ਪਾਉਂਦਾ ਹੁੰਦਾ ਉਹ ਰਿਸ਼ਤਾ ਨਹੀਂ ਸੀ ਕਰਦਾ ਨਾ ਮੈਨੂੰ, ਪਿੱਛੋਂ ਪਛਤਾਉਂਦਾ ਹੋਵੇ ਇਹ ਮੈਂ ਇਹਨੂੰ ਕਦੇ ਰਿਸ਼ਤਾ ਕਰਤਾ, ਇਹ ਤਾਂ ਵਿਰੋਧੀ ਹੈ। ਬਾਅਦ 'ਚ ਪਛਤਾਇਆ ਉਹ ਸਾਰੀ ਉਮਰ, ਇਤਿਹਾਸ ਪੜ੍ਹ ਕੇ ਦੇਖ ਲਓ। ਉਹ ਪਛਤਾਉਂਦਾ ਰਿਹਾ ਵੀ ਇਹਨੂੰ ਮੈਂ ਕਿਉਂ ਰਿਸ਼ਤਾ ਕਰਨਾ ਸੀਗਾ, ਇਹ ਤਾਂ ਵਿਰੋਧੀ ਹੈ। ਜੇ ਨਾਨਕ ਨੇ ਜਨੇਊ ਨਾ ਪਾਇਆ ਹੁੰਦਾ ਉਹਦੇ ਫੇਰੇ ਨਹੀਂ ਹੋ ਸਕਦੇ। ਇਹਨਾਂ ਨੂੰ ਸ਼ਾਇਦ ਪਤਾ ਨਹੀਂ ਇਸ ਗੱਲ ਦਾ। ਸਾਡੇ ਅੱਜ ਤੋਂ 50 ਸਾਲ ਪਹਿਲਾਂ ਆਨੰਦ ਕਾਰਜ ਨਹੀਂ ਸੀ ਕਰਾਉਂਦੇ, ਜਾਂ ਅੰਮ੍ਰਿਤ ਨਹੀਂ ਛਕਿਆ ਹੁੰਦਾ ਸੀ, ਹੁਣ ਕਰਾਉਣ ਲੱਗ ਗਏ। ਹੁਣ ਵੀ ਵਾਅਦਾ ਕਰਾ ਲੈਂਦੇ ਨੇ। ਜੇ ਇਸਲਾਮ ਧਾਰਨ ਨਹੀਂ ਕੀਤਾ ਹੋਇਆ ਨਿਕਾਹ ਨਹੀਂ ਹੋ ਸਕਦਾ। ਇਸ ਕਰਕੇ ਪਹਿਲਾਂ ਇਸਲਾਮ ਧਾਰਨ ਕਰਦੇ ਨੇ, ਪਿੱਛੋਂ ਨਿਕਾਹ ਹੁੰਦਾ। ਤੇ ਜਿਹੜੇ ਹੁਣ ਵੀ ਕਰਦੇ ਨੇ ਨਾ, ਪਹਿਲਾਂ ਜਨੇਊ ਪਾਉਣਾ ਪੈਂਦਾ, ਪਿੱਛੋਂ ਫੇਰੇ ਹੁੰਦੇ ਨੇ। ਪਹਿਲਾਂ ਅੰਮ੍ਰਿਤ ਛਕਣਾ ਪੈਂਦਾ, ਪਿੱਛੋਂ ਆਨੰਦ ਕਾਰਜ ਹੋਣੇ ਚਾਹੀਦੇ ਨੇ। ਇਹ ਕਰਦੇ ਨੇ, ਨਹੀਂ ਕਰਦੇ ਅਲੱਗ ਗੱਲ ਹੈ।
ਇਹ ਧਰਮ ਦਾ ਵੀ ਕਾਨੂੰਨ ਹੁੰਦਾ ਕੋਈ, ਐਵੇਂ ਨਹੀਂ ਹੈ ਧਰਮ। ਵਿਦਵਾਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਗੱਲਾਂ ਦਾ। ਨਾਨਕ ਦੇ ਕਿਵੇਂ ਹੋ ਗਏ, ਫੇਰੇ ਕਿਵੇਂ ਹੋ ਗਏ, ਕਿਵੇਂ ਕਰਾਤੇ, ਵਿਆਹ ਕਿਵੇਂ ਹੋ ਗਏ। ਅਜੋਂ ਤੱਕ ਜਿਹੜੇ ਸਾਡੇ ਸਿੰਘ ਸੀ ਨਾ, ਗੁਰੂ ਜਾਂਦੇ ਰਹਿੰਦੇ ਪਾਣੀਆਂ ਦੇ ਬਈਆਂ 'ਚ ਉਹਨਾਂ ਦੇ ਸਾਈਨ ਨੇ ਹੋਏ ਹੋਏ, ਤੀਰਥਾਂ ਦੇ ਜਾਂਦੇ ਰਹੇ ਨੇ ਨਾ, ਬਾਕਾਇਦਾ ਸਾਈਨ ਹੋਏ ਹੋਏ ਨੇ ਪਾਣੀਆਂ ਦੀਆਂ ਬਈਆਂ 'ਚ। ਗੜ ਮੁਕਤੇਸ਼ਵਰ ਨੌਵੇਂ ਪਾਤਸ਼ਾਹ ਦਸਤਖਤ ਮੈਂ ਦੇਖੇ ਨੇ ਬਹੀ ਦੇ ਵਿੱਚ। ਜਿਹੜੇ ਸਾਡੇ ਬੰਦੇ ਸੀ ਨਾ ਸਿੱਖ, ਇਹਨਾਂ ਦੇ ਫੁੱਲ ਪਾਉਣ ਲੱਗਿਆਂ ਦੇ ਸਾਰਿਆਂ ਦੇ ਉੱਥੇ ਦਰਜ ਹੋਏ ਹੋਏ ਨੇ ਪਾਣੀਆਂ ਦੀਆਂ ਬਈਆਂ 'ਚ। ਪਾਣੀਆਂ ਦੀਆਂ ਬਈਆਂ ਵਿੱਚੋਂ ਸਬੂਤ ਲੈ ਕੇ ਹੁਣ ਉਹ ਕਿਤਾਬਾਂ ਲਿਖਦੇ ਨੇ। ਉਹਨਾਂ ਦੇ ਡੇਟਾਂ, ਉਹਨਾਂ ਦੇ ਔਲਾਦ ਵੇਰਵਾ ਹੁੰਦਾ ਨਾ ਕਿਹਦਾ ਕੌਣ ਹੈ। ਕੁਰਸੀਨਾਮਿਆਂ ਦਾ ਫੈਸਲਾ ਕੋਰਟਾਂ 'ਚ ਪਾਣੀਆਂ ਦੀਆਂ ਬਈਆਂ 'ਚ ਹੁੰਦਾ ਸੀ, ਹੋਰ ਕਿਤੇ ਕੋਈ ਕੁਰਸੀਨਾਮਾ ਨਹੀਂ ਸੀ ਹੁੰਦਾ। ਇਹਦੀ ਔਲਾਦ ਕਿੰਨੀ ਹੈ, ਵਾਰਸ ਕੌਣ ਨੇ, ਜੇ ਝਗੜਾ ਹੋ ਜਾਏ ਅਦਾਲਤ ਦੇ ਵਿੱਚ ਕੋਈ ਰਿਕਾਰਡ ਨਹੀਂ ਸੀ ਸਮਾਰ ਪਾਣੀਆਂ ਦੀਆਂ ਬਈਆਂ 'ਤੇ। ਉੱਥੇ ਤਾਂ ਜ਼ਰੂਰੀ ਸੀ ਉਹ ਰਿਕਾਰਡ ਦੇ ਵਿੱਚ ਕਰਾਉਣਾ ਦਾ। ਇਹ ਵਿਦਵਾਨਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ। ਉਸ ਵੇਲੇ ਦਾ ਕਾਨੂੰਨ ਕੀ ਸੀ ਔਰ ਧਰਮ ਦਾ ਕਾਨੂੰਨ ਕੀ ਹੁੰਦਾ, ਜਿਹਨੇ ਜਿਹੜੇ ਗੱਲ ਦੀ ਸਾਰੀ ਦੀ ਸਮਝ ਨਹੀਂ। ਤੁਸੀਂ ਇਹ ਗੱਲਾਂ ਨੂੰ ਕਿਵੇਂ ਸਮਝ ਲਓਗੇ। ਇੱਥੇ ਕੀ ਹੈ, ਇੱਥੇ ਤੀਰਥ ਦੇ ਗਏ ਨੇ ਬਾਹਮਣ, ਉਹ ਮੰਜੀਆਂ ਦੇ ਬਰਾਬਰ ਨੇ ਜਿਹੜੀਆਂ ਤੀਜੇ ਪਾਤਸ਼ਾਹ ਨੇ ਥਾਪੀਆਂ ਸੀ। ਮੰਜੀਆਂ ਦੇਤੀਆਂ, ਪੀੜੇ ਦੇ ਦਿੱਤੇ, ਯਾਨੀ ਆਪਣੇ ਸਮਝ ਲਓ ਛੋਟੇ ਆਪਣੇ ਥੱਲੇ ਦੇ, ਉੱਪਰੋਂ ਥੱਲੇ ਦੇ ਉਹ ਇੱਕ ਕਿਸਮ ਦੇ ਏਜੰਟ ਬਣਾਤੇ ਧਰਮ ਨੂੰ ਜੋੜਨ ਵਾਲੇ। ਆਪਣੇ ਸਪੋਰਟਰ ਬਣਾਤੇ ਸਿੱਖ ਵੀ ਤੁਸੀਂ ਵੀ ਭਾਈ ਇੰਨੇ ਹੱਦ ਤੱਕ ਸਿਰਫ ਕਰਿਆ ਕਰੋ, ਇਹ ਤੋਂ ਵੱਧ ਗੱਲ ਨਹੀਂ ਕਹਿਣੀ। ਜੇ ਵੱਧ ਨੇ ਉਹ ਸਾਡੇ ਕੋਲ ਆਇਓ, ਵੱਧ ਵਾਲੇ ਸਵਾਲ ਨੇ ਜੇ ਕਿਸੇ ਤੇ ਜਿਹੜੀ ਤੁਸੀਂ ਮਤਲਬ ਸਮਝਾ ਨਹੀਂ ਸਕਦੇ ਗੱਲ, ਉਹ ਸਮਝਾਇਓ। ਮਤਲਬ ਤੁਸੀਂ ਪੁੰਨ ਪਾਪ ਤੱਕ ਦੀ ਗੱਲ ਕਰੋ। ਪਾਪ ਪੁੰਨ ਹਮਾਰੇ ਬਸ ਨਾ, ਉਹ ਪਾਪ ਪੁੰਨ ਨੂੰ ਮੰਨਦੇ ਨੇ, ਅਸੀਂ ਮੰਨਦੇ ਨਹੀਂ। ਇਸ ਗੱਲ ਤੇ ਸਟ੍ਰੈਸ ਕਰੋ ਵੀ ਜੋ ਹੋ ਰਿਹਾ ਉਹਦੇ ਭਾਣੇ ਮੁਤਾਬਕ ਹੋ ਰਿਹਾ, ਹੋਰ ਕੋਈ ਕਿਸੇ ਦਾ ਦਖਲ ਨਹੀਂ। ਇਨ ਜਨਤਾ ਕੇ ਬਸ ਕੁਛ ਨਹੀਂ, ਬਸ ਇੱਥੇ ਤੱਕ ਦਾ ਪ੍ਰਚਾਰ ਕਰੇ। ਬਾਕੀ ਅੰਤ ਨਿਬੇੜਾ ਤੇਰੇ ਜੀਵ ਲਈ ਚ ਨਿਬੇੜਾ ਜੀਵ ਨਾਲ ਹੋਣਾ, ਆਤਮਾ ਨਾਲ ਹੋਣਾ, ਸਰੀਰ ਤਾਂ ਇੱਥੇ ਰਹਿ ਜਾਣਾ। ਪਰ ਦੋ ਤਿੰਨ ਗੱਲਾਂ ਉਹਨਾਂ ਨੂੰ ਦੱਸੀਆਂ ਹੋਈਆਂ ਸੀ, ਉਹੀ ਹਿੰਦੂ ਮਤ ਤੋਂ ਸਿੱਖ ਮਤ ਵੱਲ ਨੂੰ ਲੈ ਕੇ ਜਾਂਦੀਆਂ। ਹਿੰਦੂ ਮਤ ਦੀ ਪਟੜੀ ਤੋਂ ਸਿੱਖ ਮਤ ਵੱਲ ਨੂੰ ਲਾਈਨ ਤੇ ਚਾੜਦੀਆਂ ਨੇ ਉਹ ਗੱਲਾਂ ਦੋ ਤਿੰਨ ਜਿਹੜੀਆਂ ਇਹੀ ਨੇ ਮੂਲ, ਬਹੁਤੀਆਂ ਨਹੀਂ ਹੁਣ। ਫਿਰ ਤਾਂ ਜਾ ਕੇ ਆਤਮਾ ਦਾ ਵਿਸਥਾਰ ਹੈ, ਆਤਮਾ ਕੀ ਹੁੰਦੀ ਹੈ ਉਹਨਾਂ ਦੇ ਵਿੱਚ ਤਾਂ ਹੈ ਹੀ ਨਹੀਂ। ਆਤਮਾ ਕੀ ਹੁੰਦੀ ਹੈ ਉੱਥੇ ਤਾਂ ਚੈਪਟਰ ਹੈ ਨਹੀਂ। ਸਾਡੇ ਚੈਪਟਰ ਅਗਲਾ ਸ਼ੁਰੂ ਹੁੰਦਾ ਪਿਆ। ਇੱਥੇ ਕੀ ਹੈ, ਜੇ ਪੰਡਤ ਨਾਲ ਪਾਂਡੇ ਨਾਲ ਗੱਲ ਹੋਈ, ਪਾਂਡਾ ਅਸਲੀ ਗੁਰੂ ਪਾਂਡਾ ਉਹਦਾ ਤੀਰਥ ਤੇ, ਇਹ ਗੱਲ ਕਿਸੇ ਤੀਰਥ ਤੇ ਹੋਈ ਹੈ, ਪਾਂਡੇ ਨਾਲ ਗੱਲ ਹੈ। ਪਾਂਡੇ ਨਾਲ ਪਹਿਲੀ ਗੱਲ ਇਹ ਹੈ, ਪੰਡਤ ਨਾਲ ਗੱਲ ਨਹੀਂ, ਬਾਹਮਣ ਨਾਲ ਗੱਲ ਨਹੀਂ ਹੈ। ਪਰ ਗੁਰਬਾਣੀ ਕੀ ਕਹਿੰਦੀ ਹੈ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ ਹੈ। ਜਿਹਨੇ ਉਹ ਬਾਹਮਣ ਪਾਉਂਦਾ ਹੁੰਦਾ, ਪਾਂਡਾ ਨਹੀਂ ਪਾਉਂਦਾ। ਇਹ ਵੀ ਇੱਕ ਗੱਲ ਦੱਸਣ ਵਾਲੀ ਗੱਲ ਪਾਂਡੇ ਨਾਲ ਹੋ ਰਹੀ ਹੈ। ਜਿਹਨੇ ਉਹਦਾ ਬਾਹਮਣ ਪਾਉਂਦਾ ਹੁੰਦਾ, ਪਾਂਡਾ ਘਰ ਹੁੰਦਾ ਹੀ ਨਹੀਂ, ਪਿੰਡ 'ਚ ਪਾਂਡਾ ਹੁੰਦਾ ਨਹੀਂ, ਪਾਂਡਾ ਤੀਰਥ ਤੇ। ਜਿਨ੍ਹਾਂ ਲੋਕਾਂ ਨੂੰ ਇਹ ਸਮਝ ਨਹੀਂ ਸੀ ਉਹਨਾਂ ਨੇ ਉਲਟ ਅਰਥ ਕਰਤੇ। ਜਿੰਨੇ ਪੰਡਤ ਨੇ ਲੈ ਕੇ ਜਾਂਦੇ ਨੇ ਤੀਰਥ ਤੇ ਆਪਣੀ ਸੰਗਤ ਨੂੰ, ਜੋ ਚੜਾਵਾ ਚੜ੍ਹਦਾ ਪੰਡਤ ਨੂੰ ਚੌਥਾ ਹਿੱਸਾ ਮਿਲਦਾ ਹੁੰਦਾ ਕਮਿਸ਼ਨ।